ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਮੈਂ ਬ੍ਰਿਜਰਾਜ ਕੰਪਿਊਟਰ ਟੀਚਰ ਸ਼ਹੀਦ ਮੱਖਣ ਸਿੰਘ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ। ਅੱਜ ਅਸੀਂ ਸਬਜੈਕਟ ਕੰਪਿਊਟਰ ਸਾਇੰਸ ਕਲਾਸ +2 ਚੈਪਟਰ 3 ਯੂਜ਼ਰ ਡਿਫਾਈਨਡ ਫੰਕਸ਼ਨਸ ਵਿੱਚ ਜਿਹੜਾ ਟੌਪਿਕ ਪੜਾਂਗੇ ਉਹ ਹੈ ਫੰਕਸ਼ਨ ਨਾਲ ਆਰਗੂਮੈਂਟਸ ਅਤੇ ਰਿਟਰਨ ਮੁੱਲ ਨਾਲ, ਮੀਨਸ ਫੰਕਸ਼ਨ ਵਿਦ ਆਰਗੂਮੈਂਟਸ ਐਂਡ ਵਿਦ ਰਿਟਰਨ ਵੈਲਿਊ। ਆਓ ਦੇਖਦੇ ਹਾਂ। ਫੰਕਸ਼ਨ ਦੀ ਥਰਡ ਕੈਟਾਗਰੀ ਹੈ ਫੰਕਸ਼ਨ ਨਾਲ ਆਰਗੂਮੈਂਟਸ ਅਤੇ ਰਿਟਰਨ ਮੁੱਲ ਨਾਲ। ਇਸ ਵਿੱਚ ਫੰਕਸ਼ਨ ਦੇ ਨਾਮ ਤੋਂ ਪਹਿਲਾਂ ਰਿਟਰਨ ਟਾਈਪ ਦੀ ਵਰਤੋਂ ਕੀਤੀ ਜਾਵੇਗੀ ਅਤੇ ਆਰਗੂਮੈਂਟਸ ਦੀ ਵਰਤੋਂ ਵੀ ਹੋਵੇਗੀ। ਇਸ ਦਾ ਅਰਥ ਇਹ ਹੈ ਕਿ ਜਦੋਂ ਅਸੀਂ ਫੰਕਸ਼ਨ ਨੂੰ ਡਿਕਲੇਅਰ ਕਰਾਂਗੇ ਜਾਂ ਪਰਿਭਾਸ਼ਿਤ ਕਰਾਂਗੇ ਤੇ ਉਹਦੇ ਨਾਮ ਤੋਂ ਪਹਿਲੇ ਇੰਟ, ਫਲੋਟ ਜਾਂ ਕੈਰ ਆਏਗਾ, ਵਰਡ ਨਹੀਂ ਆਵੇਗਾ। ਆਰਗੂਮੈਂਟ ਦਾ ਮਤਲਬ ਕਿ ਇਹਦੀ ਬ੍ਰੈਕਟ ਵਿੱਚ ਕੀ ਆਣਗੇ, ਆਰਗੂਮੈਂਟਸ। ਫੰਕਸ਼ਨ ਨੂੰ ਪਰਿਭਾਸ਼ਿਤ ਕਰਨ ਸਮੇਂ ਜਿਹੜੇ ਆਰਗੂਮੈਂਟ ਪੈਰੇਂਥੀਸਿਸ ਵਿੱਚ ਵਰਤੇ ਜਾਂਦੇ ਹਨ ਉਹਨਾਂ ਨੂੰ ਡੰਮੀ ਜਾਂ ਫਾਰਮਲ ਆਰਗੂਮੈਂਟਸ ਕਿਹਾ ਜਾਂਦਾ ਹੈ ਜਾਂ ਪੈਰਾਮੀਟਰਸ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਫੰਕਸ਼ਨ ਨੂੰ ਮੇਨ ਫੰਕਸ਼ਨ ਤੋਂ ਬਾਅਦ ਡਿਫਾਈਨ ਕਰਾਂਗੇ ਤੇ ਉਹਦੇ ਬ੍ਰੈਕਟ ਵਿੱਚ ਜਿਹੜੇ ਆਰਗੂਮੈਂਟ ਆਣਗੇ ਉਹਨਾਂ ਨੂੰ ਡੰਮੀ ਜਾਂ ਫਾਰਮਲ ਆਰਗੂਮੈਂਟ ਕਿਹਾ ਜਾਂਦਾ ਹੈ ਜਾਂ ਪੈਰਾਮੀਟਰ ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਫੰਕਸ਼ਨ ਨੂੰ ਕਾਲ ਕਰਨ ਸਮੇਂ ਜਿਹੜੇ ਆਰਗੂਮੈਂਟਸ ਬ੍ਰੈਕਟ ਵਿੱਚ ਲਿਖੇ ਜਾਂਦੇ ਹਨ ਉਹਨਾਂ ਨੂੰ ਐਕਚੁਅਲ ਆਰਗੂਮੈਂਟਸ ਕਿਹਾ ਜਾਂਦਾ ਹੈ। ਫੰਕਸ਼ਨ ਕਾਲ ਅਸੀਂ ਮੇਨ ਫੰਕਸ਼ਨ ਦੇ ਅੰਦਰ ਲਿਖਦੇ ਹਾਂ ਤੇ ਜਦੋਂ ਅਸੀਂ ਮੇਨ ਫੰਕਸ਼ਨ ਦੇ ਅੰਦਰ ਫੰਕਸ਼ਨ ਨੂੰ ਕਾਲ ਕਰਾਂਗੇ ਤੇ ਜਿਹੜੇ ਆਰਗੂਮੈਂਟ ਬ੍ਰੈਕਟ ਦੇ ਵਿੱਚ ਆਣਗੇ ਉਹ ਐਕਚੁਅਲ ਆਰਗੂਮੈਂਟ ਹੁੰਦੇ ਨੇ। ਫਾਰਮਲ ਆਰਗੂਮੈਂਟਸ ਐਕਚੁਅਲ ਆਰਗੂਮੈਂਟਸ ਕੋਲੋਂ ਕੀਮਤ ਪ੍ਰਾਪਤ ਕਰਦੇ ਹਨ। ਇਸ ਕਰਕੇ ਹੁੰਦਾ ਹੈ ਕਿਉਂਕਿ ਜਿਹੜੇ ਫਾਰਮਲ ਆਰਗੂਮੈਂਟ ਜਾਂ ਡੰਮੀ ਆਰਗੂਮੈਂਟ ਜਾਂ ਜਿਹੜੇ ਪੈਰਾਮੀਟਰ ਹੁੰਦੇ ਨੇ ਇਹਨਾਂ ਕੋਲ ਆਪਣੀ ਵੈਲਿਊ ਨਹੀਂ ਹੁੰਦੀ ਤੇ ਵੈਲਿਊ ਕਿੱਥੋਂ ਪ੍ਰਾਪਤ ਕਰਦੇ ਨੇ, ਐਕਚੁਅਲ ਆਰਗੂਮੈਂਟਸ ਕੋਲੋਂ। ਇਸ ਵਿੱਚ ਫੰਕਸ਼ਨ ਦੀ ਰਿਟਰਨ ਟਾਈਪ ਇੰਟ, ਫਲੋਟ ਜਾਂ ਕੈਰ ਹੋ ਸਕਦੀ ਹੈ। ਮਤਲਬ ਕਿ ਇਸ ਕੈਟਾਗਰੀ ਵਿੱਚ ਅਸੀਂ ਫੰਕਸ਼ਨ ਦੀ ਰਿਟਰਨ ਟਾਈਪ ਵਰਡ ਨਹੀਂ ਲਵਾਂਗੇ, ਅਸੀਂ ਕੀ ਲਾਂਗੇ, ਇੰਟ, ਫਲੋਟ ਜਾਂ ਕੈਰ। ਇਸੇ ਤਰ੍ਹਾਂ ਇੰਗਲਿਸ਼ ਮੀਡੀਅਮ ਵਿੱਚ function with arguments and with return value. In this type of function, we need to specify the return type before the function name as well as arguments within the parentheses written after the function name. It means we will write return type before the function name and in the bracket of function we will write the arguments. While defining a function, arguments within the parentheses are called dummy or formal arguments or parameters. It means in function definition we will write arguments that are called parameters or dummy arguments or formal arguments. The arguments written within parentheses while calling a user defined function are known as actual arguments. It means the arguments written within the bracket of function call are called actual arguments. Formal arguments receive values from actual arguments. It means formal arguments don't have its own value. They will receive value from actual arguments. The return type of function may be int, float or char. It means we will write return type int, float or char in place of void. For example, function the third category which ਅਸੀਂ ਕੀ ਲਿਖਿਆ ਹੈ, ਇੰਟ ਸਮ ਇੰਟ a, ਇੰਟ b ਬ੍ਰੈਕਟ ਬੰਦ ਸੈਮੀਕੋਲਨ। ਇਹ ਹੈਗੀ ਫੰਕਸ਼ਨ ਡੈਕਲੇਰੇਸ਼ਨ। ਮਤਲਬ ਜੇ ਫੰਕਸ਼ਨ ਨੂੰ ਅਸੀਂ ਡਿਕਲੇਅਰ ਕਰਾਂਗੇ ਤੇ ਸਭ ਤੋਂ ਪਹਿਲੇ ਅਸੀਂ ਰਿਟਰਨ ਟਾਈਪ ਕੀ ਲਈਏ, ਇੰਟ, ਤੇ ਵਿੱਚ ਬ੍ਰੈਕਟ 'ਚ ਕੀ ਲਈਏ, ਆਰਗੂਮੈਂਟਸ। ਕਿਉਂਕਿ ਇਹਦੇ ਵਿੱਚ ਰਿਟਰਨ ਟਾਈਪ ਇੰਟ ਇਸ ਕਰਕੇ ਆਈ ਹੈ ਕਿਉਂਕਿ ਥਰਡ ਕੈਟਾਗਰੀ ਦਾ ਮਤਲਬ ਹੈ ਫੰਕਸ਼ਨ ਵਿਦ ਆਰਗੂਮੈਂਟਸ ਐਂਡ ਵਿਦ ਰਿਟਰਨ ਵੈਲਿਊ। ਇਸ ਕਰਕੇ ਇੱਥੇ ਇੰਟ ਆਇਆ ਤੇ ਆਰਗੂਮੈਂਟ ਹੈ, ਇਸ ਕਰਕੇ ਬ੍ਰੈਕਟ ਦੇ ਵਿੱਚ ਆਰਗੂਮੈਂਟਸ ਆਏ ਹੈ। ਤੇ ਫੰਕਸ਼ਨ ਦਾ ਦੂਜਾ ਪਾਰਟ ਹੁੰਦਾ ਹੈ ਫੰਕਸ਼ਨ ਕੋਲ ਜਾਂ ਕੋਲਿੰਗ ਫੰਕਸ਼ਨ। ਇਹਦੇ ਵਿੱਚ ਮੈਂ ਕੀ ਲਿਖਿਆ, ਵੇਰੀਏਬਲ ਇਕੁਅਲ ਟੂ ਸਮ a, b। ਇਹਦਾ ਸਮ ਹੈ ਫੰਕਸ਼ਨ ਦਾ ਨਾਮ ਹੈ ਤੇ a, b ਕੀ ਹੈ, ਸਾਡੇ ਐਕਚੁਅਲ ਆਰਗੂਮੈਂਟਸ ਜਾਂ ਆਰਗੂਮੈਂਟਸ। ਇੱਥੇ ਮੈਂ ਕੀ ਲਿਖਿਆ, ਵੇਰੀਏਬਲ ਇਕੁਅਲ ਟੂ। ਜਦੋਂ ਫੰਕਸ਼ਨ ਵਿਦ ਆਰਗੂਮੈਂਟ ਵਿਦ ਰਿਟਰਨ ਵੈਲਿਊ ਹੋਏਗਾ ਉਸ ਟਾਈਮ ਤੇ ਫੰਕਸ਼ਨ ਸਿੱਧਾ ਕੋਲ ਨਹੀਂ ਹੋਵੇਗਾ, ਉਹਨੂੰ ਕਿਸੇ ਵੇਰੀਏਬਲ ਦੇ ਅੰਦਰ ਸਟੋਰ ਕਰਨਾ ਪਵੇਗਾ ਕਿਉਂਕਿ ਇਹਦੇ ਵਿੱਚ ਅਸੀਂ ਰਿਟਰਨ ਟਾਈਪ ਕੀ ਲੈ ਰਹੇ ਹਾਂ, ਇੰਟ। ਇੰਟ ਦੀ ਜਗ੍ਹਾ ਤੇ ਅਸੀਂ ਫਲੋਟ ਵੀ ਲੈ ਸਕਦੇ ਹਾਂ ਤੇ ਕੈਰ ਵੀ ਲੈ ਸਕਦੇ ਹਾਂ। ਤੇ ਫੰਕਸ਼ਨ ਦਾ ਤੀਸਰਾ ਪਾਰਟ ਹੁੰਦਾ ਹੈ ਫੰਕਸ਼ਨ ਡੈਫੀਨੇਸ਼ਨ ਜਾਂ ਕਾਲਡ ਫੰਕਸ਼ਨ। ਇਹਦੇ ਵਿੱਚ ਮੈਂ ਕੀ ਲਿਆ, ਇੰਟ ਸਮ ਇੰਟ a, ਇੰਟ b। ਇਹ ਜਿਹੜੇ ਬ੍ਰੈਕਟ 'ਚ ਲਏ ਹੈ ਇੰਟ a, b ਕਾਲਡ ਫੰਕਸ਼ਨ ਵਿੱਚ, ਇਹਨਾਂ ਨੂੰ ਕੀ ਬੋਲਦੇ ਹੈ, ਡੰਮੀ ਆਰਗੂਮੈਂਟਸ, ਫਾਰਮਲ ਆਰਗੂਮੈਂਟਸ ਜਾਂ ਪੈਰਾਮੀਟਰਸ।
फिर बॉडी ऑफ फंक्शन, उस तो बाद लास्ट में लिखिया है करली ब्रेसिस तो पहले रिटर्न रिजल्ट। ਇਹਦਾ मतलब है कि जो भी नतीजा आएगा, जो भी रिजल्ट आएगा, वो रिटर्न होके किथे वापस जाएगा, वेरीएबल के अंदर। तो बाद चो जिहड़ी वेरीएबल की कीमत है उन्होंने असी प्रिंट करके रिजल्ट देख सकते हाँ। फंक्शन विद आर्गूमेंट्स एंड विद रिटर्न वैल्यू नूं एक प्रोग्राम की मदद नाल समझते हाँ। इत्थे मैं कमेंट लाइन विच लिखिया है सम ऑफ टू नंबर्स यूजिंग फंक्शन विद आर्गूमेंट्स एंड विद रिटर्न वैल्यू। सी प्रोग्राम की शुरुआत दो हैडर फाइलों नाल हुंदी है, stereo.h ते koni.h। उस तो बाद मैं की कीता है इत्थे एक फंक्शन डिक्लेयर किया है। फंक्शन किहड़ा डिक्लेयर किया है, इंट सम इंट ए कोमा बी। ਇਹਦਾ मतलब है कि फंक्शन नूं यूज़ करन तो पहला हैडर फाइलों तो बाद अते वॉइड मेन तो पहला डिक्लेयर करना पैंदा है। यह डिक्लेयर करना जरूरी है। इत्थे मैं की लिखिया है इंट। इंट क्यों लिखिया है, क्योंकि इत्थे रिटर्न वैल्यू वाला ही प्रोग्राम बना रहे हैं। तो पहली दो कैटेगरी इत्थे की लिखा सी वॉइड। उस तो बाद फंक्शन का नाम की है सम, तो ब्रैकेट के अंदर इंट ए कोमा इंट बी। ये दोनों की है ने आर्गूमेंट्स। हुण असीं मेन फंक्शन ते आने हैं। वॉइड मेन के अंदर करली ब्रेस इंट ए कोमा बी कोमा सी। इत्थे मैं तीन वेरीएबल डिक्लेयर किए हैं। तीन क्यों डिक्लेयर किए है, ए और बी की वैल्यू उत्ते कैलकुलेशन होगी, तो जो फंक्शन चो रिजल्ट वापस आएगा वो स्टोर होगा सी वेरीएबल के अंदर। हुण इत्थे लिया मैं क्लियर स्क्रीन फंक्शन स्क्रीन को क्लियर करने लई। उस तो बाद प्रिंट एफ के अंदर लिया एंटर वैल्यू ऑफ ए एंड बी। ए और बी की वैल्यू लिए एक मैसेज स्क्रीन पर शो होगा, तो स्कैन एफ की मदद नाल असीं दोनों वेरीएबल्स की कीमत नूं मैमरी विच इनपुट करांगे जां रीड करांगे। एम्परसेंट ए एम्परसेंट बी, यदा मतलब है कि सानूं दो वैल्यूज़ कीबोर्ड तो एंटर करनियां पैणगियां जो प्रोग्राम कंपाइल अते रन करांगे। उस तो बाद असीं लिखिया सी इक्वल टू सम ए कोमा बी। यह आ गया फंक्शन का जी दूसरा पार्ट। इनू बोलते हैं फंक्शन कॉल जां कॉलिंग फंक्शन। तो फंक्शन की ब्रैकेट के अंदर ए कोमा बी लिखिया है, यह की है ने एक्चुअल आर्गूमेंट्स। तो हुण फंक्शन का रिजल्ट पहले दो प्रोग्रामां च सीधा फंक्शन जाता सी, लेकिन ये अंदर एक वेरीएबल सी के अंदर आ रहा है। वो क्यों आ रहा है, क्योंकि फंक्शन विद आर्गूमेंट और विद रिटर्न वैल्यू पढ़ते पे हैं, तो विद रिटर्न वैल्यू के वाले प्रोग्राम च रिजल्ट किसी वेरीएबल च स्टोर करना पवेगा। हुण असीं जदों फंक्शन कॉलिंग ते आए ने, कॉलिंग फंक्शन ते आ जाने हैं, तो इत्थों की होएगा, हुण प्रोग्राम का कंट्रोल सीधा शिफ्ट हो जाएगा फंक्शन डेफिनेशन ते। हुण इत्थों ही आपां सीधे फंक्शन डेफिनेशन ते आए ने, मेन प्रोग्राम तो नीचे बनेगा। इत्थे मैं डिक्लेयर किया डिफाइन किया इंट सम इंट ए कोमा इंट बी। फिर फंक्शन की करली ब्रेस स्टार्ट होगी इंट सी। सी एक मैं वेरीएबल लिया, सी इक्वल टू ए प्लस बी। दोनों टोटल किया तो रिटर्न कि आया सी च। यदा मतलब है कि हुण दोबारा प्रोग्राम जो भी रिजल्ट आया दो वैल्यूज नूं प्लस करके और वापस कर जाएगा सी के अंदर। हुण इत्थे जरूरी नहीं है कि जे इत्थे वेरीएबल सी है तो इत्थे भी सी है, क्योंकि यह मेन फंक्शन है। ਇਹਦੇ ਵਿੱਚ ਤੁਸੀਂ कोई भी वेरीएबल ਲੈ सकते हो, तो ਇਹਦੇ भी कोई वेरीएबल ਲੈ सकते हो, यह जरूरी नहीं है। जिदा मैं इत्थे इंट सम इंट ए कोमा बी लिखा है, कोई दिक्कत नहीं है। तुसी इत्थे इंट एक्स वाई भी लिख सकते हो, तो कोई दिक्कत नहीं है। वो वेरीएबल की टाइप नूं देखेगा तो नंबर ऑफ आर्गूमेंट देखेगा, कितने आर्गूमेंट डिक्लेयर किए ने। हुण इस प्रोग्राम नूं Alt F9 नाल कंपाइल अते कंट्रोल F9 नाल रन करके देखते हैं। जो ही प्रोग्राम रन किया तो कंप्यूटर पूछेगा एंटर वैल्यू ऑफ ए एंड बी। मैं ए की वैल्यू भरती 50 तो बी की वैल्यू भरती 20। हुण इत्थे ए की वैल्यू होगी 50 तो बी की कितनी होगी 20। यह जंप करके सीधा आ जाएगा इस जगह पर। यह दोनों की ने पैरामीटर्स, इन्हों पैरामीटर बोलते हैं, डमिंग आर्गूमेंट बोलते हैं या फॉर्मल आर्गूमेंट्स बोलते हैं। ਇਹਦਾ मतलब है कि इत्थे ए की वैल्यू होगी 50 तो बी की कितनी होगी 20। तो हुण 50 जमा 20 कितना हो गया 70, सी च आ गया 70। तो वापस जो सी च वैल्यू स्टोर होएगी कितनी होएगी 70, तो सम इज परसेंटेज डी करांगे तो सम कितना आएगा 70। सम ऑफ थ्री नंबर्स यूजिंग फंक्शन विद आर्गूमेंट्स एंड विद रिटर्न वैल्यू। यह प्रोग्राम तुसी खुद ट्राई करके देखना। ਇਹਦੇ ਆਪਾਂ करना की है कि ਜਿਹੜਾ फंक्शन है ਉਹਦੇ ਵਿੱਚ 3 आर्गूमेंट पास करने हैं, तो उसके बेस पे प्रोग्राम तुसी बना सकते हो। इसी तरह एक प्रोग्राम होर ट्राई कर लेना, प्रोडक्ट ऑफ टू नंबर्स यूजिंग फंक्शन विद आर्गूमेंट्स एंड विद रिटर्न वैल्यू। हुणे तुहानूं जिहड़ा मैं प्रोग्राम करवाया है ਉਹਦੇ ਵਿੱਚ जिथे तुसी प्लस यूज़ किया है उत्थे की यूज़ कर लेना स्टार सिंबल, मतलब कि मल्टीप्लाई। तो जिथे सम लिखे फंक्शन का नाम उत्थे की लिख सकते हो प्रोडक्ट। बाकी जेकर तुहानूं कोई
ਕਿਸੇ ਕਿਸਮ ਦੀ ਪ੍ਰੋਬਲਮ ਆਏਗੀ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਜੇਕਰ ਤੁਹਾਡੀ ਕੋਈ ਕੁਐਰੀ, ਕੁਐਸਚਨ ਜਾਂ ਸੁਜੈਸ਼ਨ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਅਤੇ ਜੇਕਰ ਤੁਸੀਂ ਅਜੇ ਤੱਕ ਮੇਰੇ ਇਸ YouTube ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਮੇਰੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।